अस्सलाम वालेकुम जी, कैसे हैं आप सब? मैं ठीक, शुक्र अल्हम्दुलिल्लाह। दुआ करती हूँ आप भी माशाल्लाह ठीक-ठाक रहें, खुश रहें। चलें जी बिस्मिल्लाह करती हैं, अपनी वीडियो को करती हूँ स्टार्ट। कल मैं लेके आई थी ना वो मक्की का आटा, मैंने कहा चलो ट्राई करती हूँ। अच्छा मैंने वीडियो देखी, मक्की के आटे की रोटी ना बहुत कम मैं बनाती हूँ, आपने अक्सर देखा होगा। तो मेरा वो अम्मी आए हूँ ना, इनकी मतलब मेरी सास हैं, तो वो खाते हैं शौक से बड़े। तो फिर मैं भी मेरे मुझे लगता है मुझे रोटी उन्होंने लगाई, कभी मैंने शादी से पहले तो कभी नहीं खाई थी, लेकिन जो शादी हो गई फिर इन्होंने अम्मी जी ने बनानी, फिर मैं भी नाल खानी सा। ते लेकिन कल मेरा पता नहीं क्यों मैं कहा चलो अम्मी जी ना बनाते ना, वो परात खुले बर्तन च आटा गुन गुन के ना ਉਹਦੇ ਵਿੱਚ ਹੀ ਉਹਨਾਂ ਨੇ ਰੋਟੀ ਬਣਾ ਲੈਣੀ ਹੈ ਤੇ ਤਵੇ ਤੇ ਪਾ ਲੈਣੀ, ਕਿਉਂਕਿ ਉਦਾਹਰਨ ਉਹਨਾਂ ਦਾ ਤਰੀਕਾ ਹੈ। ਤੇ ਮੈਂ ਖੈਰ ਵੀਡੀਓ ਵੇਖਿਆ, ਮੈਂ ਕਿਹਾ ਚਲ ਟਿਊਟੋਰੀਅਲ ਵੇਖਨੀ ਆ। ਤੇ ਟਿਊਟੋਰੀਅਲ ਏਡੇ ਔਖੇ, ਨੂੰ ਲਿਕੁਇਡ ਨੂੰ ਭੇਵੋ ਪਹਿਲੇ, ਇੰਜ ਵੀ ਉਂਝ ਵੀ ਗਰਮ ਪਾਣੀ ਕਾੜੋ, ਕਾਫੀ ਜ਼ਿਆਦਾ ਆਸਾਨੀ ਤੇ ਹੈ ਵੇ। ਮੈਂ ਕਿਹਾ ਚਲੋ ਮੈਂ ਇਕੱਲੀ ਨੇ ਖਾਣੀ, ਮੈਂ ਬੜੇ ਮਹਿਮਾਨਾਂ ਅੱਗੇ ਰੱਖਣੀ ਹੈ ਕਿ ਮੇਰੀ ਰੋਟੀ ਟੁੱਟ ਜਾਏਗੀ ਤੇ ਪਤਾ ਨਹੀਂ ਕੀ। ਮੈਨੂੰ ਬੜਾ ਯਾਦ ਮੇਰੀ ਅੰਮੀ ਸਨ ਨਾ, ਤੇ ਅੰਮੀ ਮੇਰੀ ਅੰਮੀ ਪਰਸਨਲੀ ਸੱਸ ਨਹੀਂ, ਉਹ ਕਹਿੰਦੇ ਹੁੰਦੇ ਸੀ ਮੇਰੀ ਸ਼ਾਦੀ ਜਲਦੀ ਹੋ ਗਈ ਸੀ ਤੇ ਰੋਟੀ ਬਣਾਉਣੀ ਨਹੀਂ ਸੀ ਆਉਂਦੀ ਨਾ। ਤੇ ਮੇਰੇ ਜੋ ਦਾਦਾ ਅੱਬੂ ਸਨ ਉਹ ਕਹਿੰਦੇ ਸਨ ਟੁੱਟੀ ਰੋਟੀ ਬਣਾਉਂਦੇ ਸਨ ਜਾਂ ਮੋਟੀ ਬਣ ਜਾਣੀ, ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ, ਟੁੱਟੀ ਰੋਟੀ ਵੀ ਖਾ ਲੈਣੀ ਪੇਟ 'ਚ ਜਾ ਕੇ, ਤੇ ਕਿਹੜਾ ਟੁੱਟ ਕੇ ਰੋਟੀ ਮੂੰਹ 'ਚ ਜਾਣੀ ਹੈ ਨਾ। ਤੇ ਜੇ ਇੰਝ ਦੀ ਵੀ ਇੰਝ ਦੀ ਬਣਾ ਦਿਓ, ਤੇ ਸਾਸ ਸੁਸ ਇੰਝ ਦੇ ਹੋਣ ਨਾ, ਫਿਰ ਤੁਸੀਂ ਨਾ ਪਿਆਰ ਮੁਹੱਬਤ ਨਾਲ ਸਾਰਾ ਕੁਛ ਫਿਰ ਸਿੱਖ ਜਾਂਦੇ ਹੋ। ਤੇ ਖੈਰ ਮੈਂ ਆਪਣੇ ਆਪ ਨੂੰ ਕਹਿੰਦੀ ਕੋਈ ਗੱਲ ਨਹੀਂ, ਰੋਟੀ ਟੁੱਟ ਵੀ ਜਾਏਗੀ ਤੇ ਖੈਰ ਇਹ ਤੋੜ ਕੇ ਖਾਣੀ ਹੈ ਮੈਂ ਵੀ ਇੰਝ ਨਾ ਆਪਣੇ ਨੂੰ ਤੇ ਫੁੱਲ ਆਪਣੀ ਸੱਸ ਵਾਂਗੂ ਮਾਰ ਮੁੱਕੀ ਦਿੱਤੀ ਕਿ ਨਹੀਂ ਜੀ ਮੈਂ ਵੀ ਹੁਣ ਉਹਨਾਂ ਵਾਂਗੂ ਬਣ ਜਾਏਗੀ ਵਿੱਚੇ, ਪਰ ਨਹੀਂ। ਫਿਰ ਮੈਂ ਪੇੜਾ ਬਣਾਇਆ, ਇਹਨੂੰ ਮੈਂ ਕਿਹਾ ਕਿ ਚਲੋ ਮੈਂ ਇਹਨੂੰ ਨਾ ਇੰਝ ਹੀ ਪੇੜੇ ਨੂੰ ਪਾਉਂਦੀ ਹਾਂ ਤਵੇ ਉੱਤੇ, ਮਾੜਾ ਮਾੜਾ ਮੈਂ ਆਇਲ ਲਾਇਆ, ਉਹਦੇ ਉੱਤੇ ਪਾਇਆ, ਮੈਂ ਕਿ ਇਹਨੂੰ ਹੱਥ ਦੇ ਨਾਲ ਨਾ ਫੈਲਾ ਲੈਂਦੀ ਹਾਂ ਰੋਟੀ ਨੂੰ। ਚਲੋ ਵੇਖਦੇ ਹਾਂ ਟਰਾਈ ਕਰਕੇ, ਤੇ ਕੀ ਹਰਜ ਹੁੰਦਾ, ਕਹਿੰਦੇ ਨਾ ਇਹ ਬੱਚਾ ਜਿਹੜਾ ਰੇੜ ਕੇ ਤੇ ਚੱਲਣਾ ਸਿੱਖਦਾ ਹੈ ਨਾ, ਹੈ ਮੇਰਾ ਰੇੜ ਨਹੀਂ ਨਿਕਲਦਾ, ਹਿਸਾਬ ਲਾ ਰੇ ਤੇੜੇ ਇਕੱਠੀ ਬੋਲਣੀ ਕਿੰਨੀ ਮੁਸ਼ਕਿਲ ਹੈ। ਮੇਰੀ ਤਾਂ ਸ਼ੁਰੂ 'ਚ ਹੀ ਉਹਦੇ ਟੁੱਟ ਪੁੱਟਦਾ ਹੀ, ਪਰ ਖੈਰ ਮੈਂ ਜੋੜ ਕੇ ਨਾ ਉਹਨੂੰ ਮੈਂ ਸਿਰੇ ਲਾ ਲਿਆ। ਮੈਂ ਕਹਿੰਦੀ ਅੱਜ ਤੇ ਮੈਂ ਪੂਰਾ ਕਰਾਂਗੀ, ਇੱਕ ਕੋਨਾ ਟੁੱਟ ਗਿਆ ਤੇ ਖੈਰ ਹੈ। ਚਲੇ ਜੀ ਹੁਣ ਮੈਂ ਇਹਨੂੰ ਨਾ ਜ਼ਰਾ ਹੱਥ ਨਾਲ ਹਿਲਾ ਕੇ, ਮੈਂ ਕਿਹਾ ਥੋੜ੍ਹਾ ਜਿਹਾ ਗਰਮ ਸੇਕ ਹੋ ਜਾਣਾ, ਥੋੜ੍ਹੀ ਜਿਹੀ ਰੋਟੀ ਬਚ ਜਾਵੇਗੀ, ਉਨੀ ਦੇਰ ਮੈਨੂੰ ਹੱਥ ਨਾਲ ਨਾ ਘੁੱਟਦੀ ਰਹੀ, ਨੱਪਦੀ ਰਹੀ। ਮੈਂ ਕਿਹਾ ਤੂੰ ਟੁੱਟਣਾ ਨਹੀਂ, ਅੱਜ ਮੇਰੀ ਇੱਜ਼ਤ ਰੱਖ ਲਈ। ਮੈਂ 2 ਚਮਚ ਚੁੱਕੇ, ਮੈਂ ਕਿਹਾ 2 ਚਮਚ ਨਾਲ ਇਹਨਾਂ ਨੂੰ ਮੈਂ ਲਤਾੜ ਕੇ ਰੱਖਣੀ, ਪਰ ਨਹੀਂ, ਕੋਨਾ ਫੇਰ ਦੋਹਰਾ ਮੋਰਾ ਹੋ ਗਿਆ। ਫਿਰ ਮੈਂ ਉਹਨੂੰ ਵਿੱਚ ਵਾੜ ਕੇ ਸਜਾ ਸਜੂ ਲਿਆ, ਮੈਂ ਕਿਹਾ ਤੁਹਾਨੂੰ ਪਤਾ ਨਾ ਲੱਗੇ ਕਿ ਰੋਟੀ ਟੁੱਟ ਗਈ ਐਸਾ ਮੈਂ ਡਰਾਮਾ ਕੀਤਾ ਲੈ ਹੈ। ਇੱਕ ਨੁੱਕਰ ਫੇਰ ਬਾਹਰ ਆ ਗਈ, ਮੈਂ ਕਿਹਾ ਚਲੋ ਹੁਣ ਕੁਛ ਨਹੀਂ ਹੋ ਸਕਦਾ। ਕਰਦੇ ਨਾ ਜਿਹੜਾ ਮੈਂ ਨਾਲ ਜੁੜ ਕੇ ਤੁਹਾਨੂੰ ਧੋਖਾ ਦਿੱਤਾ ਸੀ, ਉਹ ਬਾਹਰ ਆ ਗਿਆ। ਮੈਨੂੰ ਇਹ ਕਿ ਮੇਰੀ ਰੋਟੀ ਰੈਡੀ ਹੋ ਗਈ ਸੀ, ਜਿੰਨੀ ਕਿ ਮੈਨੂੰ ਚਾਹੀਦੀ ਸੀ ਨਾ ਓਨੀ ਮੇਰੀ ਰੋਟੀ ਬੜੀ ਸੋਹਣੀ ਬਰਾਉਨ ਜਿਹੜੇ ਫੁੱਲ ਪੈਣੇ ਸ਼ੁਰੂ ਹੋ ਗਏ। ਤੇ ਜਦੋਂ ਵੇਖਿਆ ਨਾ ਕਿ ਹੁਣ ਸਹੀ, ਹੁਣ ਤਵੇ ਤੇ ਠਹਿਰ ਗਈ ਹੈ, ਫਿਰ ਮੈਂ ਇੱਕ ਪਲੇਟ 'ਚ ਰੱਖੀ ਟਿਸ਼ੂ, ਸਾਗ ਕੀਤਾ ਗਰਮ, ਮੱਖਣ ਪਾ ਕੇ ਹੁਣ ਮੈਂ ਲਾਵਾਂਗੀ ਉੱਤੇ ਪਿਆਰ ਮੁਹੱਬਤ ਨਾਲ ਰੋਟੀ, ਤੇ ਫਿਰ ਮੈਂ ਖਾਵਾਂਗੀ। ਸਾਰੇ ਬੱਚੇ ਵੀ ਸੋਏ ਆ ਕਿਉਂਕਿ ਅੱਜ ਸਾਡੇ ਵੱਲ ਛੁੱਟੀ ਸੀ। ਛੁੱਟੀ ਮਤਲਬ ਸਾਡੇ ਵੱਲ ਜੁਮੇਰਾਤ ਨੂੰ ਨੈਕਸਟ ਮਤਲਬ ਜੁਮੇਰਾਤ ਤੋਂ ਸਕੂਲ ਲੱਗਣੇ ਨੇ। ਜਿੱਥੇ ਅਸੀਂ ਰਹਿੰਦੇ ਨੇ ਸਟੇਟ ਵਿੱਚ ਬਹੁਤ ਵੱਡਾ ਨਾ ਇੱਕ ਕਾਰਨੀਵਲ ਹੁੰਦਾ ਵੀ, ਉਹਨੂੰ ਹਲਾਓਈ ਕਹਿੰਦੇ ਨੇ ਸ਼ਾਇਦ। ਇਹਨਾਂ ਦਿਨਾਂ 'ਚ ਰੰਗ ਬਿਰੰਗੇ ਕੱਪੜੇ ਪਾ ਕੇ ਉਹਨਾਂ ਨੇ ਬਹੁਤ ਬਾਜ਼ਾਰਾਂ 'ਚ ਫਿਰਨਾ ਵੇ, ਤੇ ਅੱਜ ਕੱਲ੍ਹ ਇਹ ਫੈਸਟੀਵਲ ਸ਼ੁਰੂ ਹੋ ਗਿਆ ਇਹਨਾਂ ਦਾ। ਤੇ ਸਾਡੇ ਪਾਸੇ ਪਤਾ ਨਹੀਂ ਦੂਸਰੇ ਸਟੇਟ 'ਚ ਹੋਈ ਛੁੱਟੀਆਂ ਕਿ ਨਹੀਂ, ਲੇਕਿਨ ਸਾਨੂੰ ਮਤਲਬ ਪੂਰੇ 1 ਵੀਕ ਦੀ ਤਕਰੀਬਨ ਛੁੱਟੀਆਂ ਹੋ ਗਈਆਂ ਨੇ। ਤੇ ਹੁਣ ਇੱਥੇ ਬਣਾਉਣ ਲੱਗੀ ਜਿਵੇਂ ਆਫੀਆ ਬਾਜੀ ਉੱਠ ਗਏ ਸਨ। ਆਫੀਆ ਬਾਜੀ ਦਾ ਨਾਸ਼ਤਾ ਬੜਾ ਅੱਛਾ ਹੁੰਦਾ ਮਾਸ਼ਾਅੱਲਾ, ਖਾਂਦੀ ਤੇ ਕਿ ਉੱਠਦੇ ਸਾਰ ਨਹੀਂ, ਲੇਕਿਨ 1 ਘੰਟਾ ਪੂਰਾ ਬ੍ਰੇਕ ਲੈਂਦੀ, ਫਿਰ ਉਸ ਤੋਂ ਬਾਅਦ ਉਹਨੇ ਅੱਛੇ ਵਾਲਾ ਨਾਸ਼ਤਾ ਕਰਨਾ ਹੁੰਦਾ। ਤੇ ਖੈਰ ਪਤਾ ਨਹੀਂ ਕਿਤੇ ਇੱਥੇ ਚਲੇ ਗਈ, ਕਿਉਂਕਿ ਮੈਂ ਤਾਂ ਕੋਈ ਅੱਛੇ ਵਾਲਾ ਨਾਸ਼ਤਾ ਕਦੀ ਨਹੀਂ ਕੀਤਾ। ਚਾਹ ਪੀਂਦੀ ਹਾਂ ਤਾਂ ਘੰਟਾ ਬਾਅਦ 'ਚ ਖਾ ਲਾਂ, ਲੇਕਿਨ ਫੌਰਨ ਮੇਰੇ ਕੋਲ ਨਹੀਂ ਕੁਛ ਖਾਧਾ ਜਾਂਦਾ। ਤੇ ਚਲੇ ਜੀ ਇੱਥੇ ਮੈਂ ਨਾ ਸ਼ਾਮੀ ਕਬਾਬ ਨੂੰ ਕੀਤਾ ਗਰਮ, ਤੇ ਇਹਦੇ 'ਚ ਕੈਚਅਪ ਮਾਇਓ ਲਾ ਕੇ ਥੋੜ੍ਹੀ ਚੀਜ਼ ਲਾ ਕੇ ਬੱਚੇ ਖੁਸ਼ ਹੋ ਜਾਂਦੇ ਨੇ। ਅੱਛਾ ਇਹ ਵੀ ਨਾ ਇੱਕ ਮੈਂ ਹਿਸਾਬ ਲਾਇਆ ਬੱਚਿਆਂ ਦਾ ਨਾ, ਇੱਕ ਮੂਡ 'ਤੇ ਡਿਪੈਂਡ ਕਰਦਾ ਕਿਹੜੀ ਚੀਜ਼ ਕਿੰਨੀ ਦੇਰ ਖਾਣੀ ਹੈ, ਤੇ ਇਹਦੀ ਡੇਟ ਕਿੰਨੀ ਕੁ ਰਹਿਣੀ। ਇੱਕ ਚੀਜ਼ ਲਵੋ ਤੇ ਡੇਟ ਹੁੰਦੀ ਨਾ, ਇਸ ਡੇਟ ਨੂੰ ਹਫ਼ਤੇ ਬਾਅਦ ਖਤਮ ਹੋ ਜਾਣਾ ਜਾਂ ਮਹੀਨੇ ਬਾਅਦ ਖਤਮ ਹੋ ਜਾਣਾ। ਮੇਰੇ ਬੱਚਿਆਂ ਦੇ ਵੀ ਖਾਣ ਪੀਣ ਦੀ ਇੱਕ ਡੇਟ ਹੈ, ਮੈਨੂੰ ਇਹ ਨਹੀਂ ਪਤਾ ਐਕਸਪਾਇਰੀ ਡੇਟ ਕਿੱਦੋਂ ਜਾ ਕੇ ਖਤਮ ਹੋਣੀ ਹੈ। ਮੈਂ ਹਰ ਰੋਜ਼ ਨਾ ਡਰੀ ਬੈਠੀ ਹੁੰਦੀ ਕਿ ਅੱਜ ਡੇਟ ਖਤਮ ਹੋ ਜਾਏਗੀ, ਅੱਜ ਖਤਮ ਹੋ ਜਾਏਗੀ, ਕਿਉਂਕਿ ਇਹ ਚੀਜ਼ਾਂ ਘਰ ਹੋਣ ਬੱਚਿਆਂ ਨੂੰ ਈਜ਼ੀ ਹੁੰਦਾ ਕਿ ਰਾਜ਼ੀ ਕਰਨ ਨੂੰ, ਖਾਣ ਨੂੰ ਦੇ ਦੇਵੋ। ਜਦੋਂ ਬੱਚੇ ਦਾ ਦਿਲ ਭਰ ਜਾਂਦਾ ਉਦੋਂ ਫਿਰ ਹੋਰ ਟੈਨਸ਼ਨ ਹੁੰਦੀ ਹੁਣ ਕਿ ਨਵਾਂ ਕੀ ਐਸਾ ਇਜਾਦ ਕੀਤਾ ਜਾਏ ਜਿਹੜਾ ਬੱਚਾ 1 ਮਹੀਨਾ ਹੋਰ ਕੱਢ ਲੇ। ਤੇ ਮੈਂ ਨਾ ਉਹਨਾਂ ਦੀ ਐਕਸਪਾਇਰੀ ਡੇਟ ਤੋਂ ਡਰੀ ਰਹਿੰਦੀ ਹਾਂ ਕਿ ਕਿਤੇ ਕਹਿ ਨਾ ਦੇਣ नहीं अब नहीं दिल कर रहा खाने को है, लेकिन अभी तक तो चल रहा है, देखे कब इनकी ना निकलती है। लेकिन उन्नी देर मैं कोई होर चीज़ ऐसी याद करांगी जो महीना मेरा निकल जाए। एक अद्धी चीज़ तुसी ਬੱਚੇ ਨੂੰ ਲਾ ਦਿਓ ਨਾ, ਮਹੀਨਾ ਬੜਾ ਆਰਾਮ ਨਾਲ ਨਿਕਲ ਜਾਂਦਾ। ਦਿਨੇ ਹੋਏ, ਸ਼ਾਮ ਹੋਏ, ਰਾਤ ਹੋਏ, ਤੁਸੀਂ ਉਹਨੂੰ ਮਤਲਬ ਕੁਛ ਵੀ ਉਹਨਾਂ ਦਾ ਖਾਣ ਨੂੰ ਦਿਲ ਕਰੇ ਤੇ ਬਣਾ ਕੇ ਤੇ ਦੇ ਦਿਓ, ਤੇ ਆਪਣਾ ਵੀ ਟਾਈਮ ਬਚਦਾ ਤੇ ਬੱਚੇ ਵੀ ਖੁਸ਼ ਹੋ ਜਾਂਦੇ ਨੇ। ਸ਼ਾਇਦ 4 ਪੀਸ ਉਹਨੇ ਕਹੇ ਤੇ 4 ਪੀਸ ਮੈਨੂੰ ਬਣਾ ਕੇ ਦੇਣ ਲੱਗੀ ਆ।
ਇਸ ਤੋਂ ਬਾਅਦ ਮੈਂ ਆ ਗਈ ਵਾਪਸ ਕਿਚਨ। ਅੱਜ ਮੈਂ ਕਿਹਾ ਹਜੇ ਮੈਂ ਫਰੀਜ਼ਰ 'ਚ ਕੋਈ ਚੀਜ਼ ਨਹੀਂ ਫਰੀਜ਼ ਕੀਤੀ, ਤੁਸੀਂ ਅੰਦਾਜ਼ਾ ਲਾ ਲਓ। ਇੱਕ ਤਾਂ ਮੇਰੀ ਉਂਗਲੀ 'ਚ ਸੱਟ ਲੱਗੀ, ਤੁਸੀਂ ਵੇਖੋਗੇ ਹੁਣ ਪੱਟੀ ਸ਼ੱਟੀ ਮੈਂ ਲਾ ਲਈ, ਉਹ ਮੈਨੂੰ ਕੁਛ ਕਰਨ ਹੀ ਨਹੀਂ ਦਿੰਦੀ ਐਸੀ। ਅੱਲਾਹ ਤਾਲਾ ਮਾफ़ ਕਰੇ, ਅੱਲਾਹ ਤਾਲਾ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਨੇ ਯਕੀਨ ਕਰੋ ਉਹਨਾਂ ਵਿੱਚੋਂ ਛੋਟੇ ਜਿਹੇ ਵੀ ਕੋਈ ਤੁਹਾਡਾ ਨਾਖਣ ਹੀ ਬੇਸ਼ੱਕ ਐਕਸਟਰਾ ਕੱਟਿਆ ਜਾਵੇ ਨਾ, ਤੁਹਾਨੂੰ ਉਹ ਵੀ ਸਕੂਨ ਨਹੀਂ ਦਿੰਦਾ, ਇੰਨੀ ਦਰਦ ਹੁੰਦੀ ਹੈ। ਸਾਰਾ ਫੋਕਸ ਸਾਡਾ ਉਹਦੇ 'ਤੇ ਚਲੇ ਜਾਂਦਾ। ਸੇਮ ਮੇਰੀ ਅੱਜ ਉਂਗਲੀ ਜਿਹੜੀ ਸੜੀ ਹੈ 4-5 ਦਿਨ ਤੋਂ ਪਹਿਲੇ, ਇਹ ਵੇਖਿਆ ਇਹ ਹੈ। ਮੈਨੂੰ ਕੁਛ ਕਰਨ ਨੂੰ ਦਿਲ ਨਹੀਂ ਕਰਦਾ, ਮੈਨੂੰ ਲੱਗਦਾ ਮੈਂ ਜਦੋਂ ਵੀ ਕੋਈ ਕੰਮ ਕਰਨੀ ਆ ਉਹ ਕਿਤੇ ਨਾ ਕਿਤੇ ਲੱਗ ਜਾਂਦੀ ਹੈ ਅਤੇ ਉਹ ਦੁੱਖ ਜਾਂਦੀ ਹੈ, ਉਹ ਫਿਰ ਨਿਕਲਣਾ ਸ਼ੁਰੂ ਹੋ ਜਾਂਦਾ ਉਹਦੇ 'ਚ ਪਾਣੀ, ਅਤੇ ਮੈਨੂੰ ਬਹੁਤ ਦਰਦ ਹੁੰਦੀ ਹੈ ਅਤੇ ਮੇਰਾ ਨਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਬੜੀ ਡਰੀ ਡਰੀ ਕੰਮ ਸਟਾਰਟ ਕਰਨੀ ਹੈ। ਅਤੇ ਮੈਂ ਕਿਹਾ ਚਲੋ ਅੱਜ ਥੋੜ੍ਹਾ ਹਜੇ ਨਾ ਕਿਚਨ 'ਚ ਹੱਥ ਮਾਰੀਏ, ਕਿਉਂਕਿ ਅੱਗੋਂ ਰਮਜ਼ਾਨ ਸ਼ੁਰੂ ਹੋ ਜਾਣਾ। ਚਲੋ ਮੈਂ ਕਿਹਾ ਡੀਪ ਕਲੀਨਿੰਗ ਵਗੈਰਾ ਤਾਂ ਮੈਂ ਸ਼ੁਰੂ ਕਰਾਂ ਨਾ, ਚੀਜ਼ਾਂ ਫਰੀਜ਼ ਕਰਨ ਨੂੰ 2-3 ਦਿਨ ਪਹਿਲੇ ਹੀ ਮੈਂ ਲਾ ਕੇ ਤੇ ਕਰ ਲਵਾਂਗੀ, ਲੇਕਿਨ ਇਹ ਬੜਾ ਜ਼ਰੂਰੀ ਸਨ। ਬਹੁਤ ਮੈਡੀਸਨ ਦਾ ਇੱਕ ਪੂਰਾ ਬਾਕਸ ਖਿਲਰਿਆ ਪਿਲਰਿਆ ਪਿਆ ਸੀ, ਅਤੇ ਇੱਕ ਮੈਂ ਕਿਸੇ ਨੂੰ ਜ਼ਰਾ ਛੋਟੇ ਛੋਟੇ ਟੋਕਰੀਆਂ 'ਚ ਪਾ ਕੇ ਕੋਰਨ ਨਾਲ ਬਿਲਕੁਲ ਅਲਮਾਰੀ ਖਾਲੀ ਤੀ। ਮੈਂ ਕਿਹਾ ਇਹਦੇ ਵਿੱਚ ਮੈਂ ਮੈਡੀਸਨ ਰੱਖਣੀ ਆ, ਅਤੇ ਜਿਹੜਾ ਇੱਧਰ ਵਾਲੀ ਹਿੱਸਾ ਨਾ ਉਹ ਖਾਲੀ ਹੋ ਜਾਏਗਾ, ਉੱਤੇ ਫਿਰ ਮੈਂ ਨਾ ਬਰਤਨ ਵਗੈਰਾ ਐਸੇ ਸੈੱਟ ਕਰਾਂ ਅੱਗੋਂ, ਕਿਉਂਕਿ ਰੋਜ਼ਿਆਂ ਵਿੱਚ ਬਹੁਤ ਖਾਣ ਪੀਣ ਬਚਣਾ ਹੈ। ਅਤੇ ਉਹਨੂੰ ਇਹੀ ਬੋਕਸਿਸ ਜਿਹੜੇ ਹੁੰਦੇ ਨੇ ਉਹ ਵਾਲੇ ਮੇਰੇ ਕੋਲ ਨਵੇਂ ਪਏ ਸਨ, ਉਹ ਮੈਂ ਖੋਲ੍ਹਾਂ ਤਾਂ ਕਿ ਜਿਹੜੀਆਂ ਚੀਜ਼ਾਂ ਬਚਣੀਆਂ ਨੇ ਉਹ ਫਿਰ ਬੰਦਾ ਫਰਿੱਜ ਵਿੱਚ ਰੱਖਣ ਲਈ ਨਾ ਉਹ ਵਾਲੀ ਜਗ੍ਹਾ ਬਣਾਉਂਦਾ। ਅਤੇ ਇਹ ਮੈਂ ਹਿੱਸਾ ਹੁਣ ਸਾਫ਼ ਕੀਤਾ ਵੇ। ਫਿਲਹਾਲ ਇੱਥੇ ਮੈਂ ਇੱਕ ਡਿਨਰ ਸੈੱਟ ਲਿਆ ਕੇ ਰੱਖਾਂਗੀ, ਕੱਪ ਵਗੈਰਾ ਰੱਖਾਂਗੀ, ਤਾਂ ਕਿ ਮੈਨੂੰ ਅੰਦਰੋਂ ਡੇਲੀ ਬਰਤਨ ਨਾ ਕੱਢਣੇ ਪੈਣ, ਅਤੇ ਮੈਂ ਇੱਥੇ ਕੋਈ 2 ਸੈੱਟ ਕਰ ਲਵਾਂ ਨਾ। ਅਤੇ ਇਹ ਵਾਲਾ ਜਿਹੜਾ ਹਿੱਸਾ ਹੈ ਇਹ ਸਾਰੇ ਇਹਦੇ ਵਿੱਚ ਨਾ ਪਲਾਸਟਿਕ ਦੇ ਡੱਬੇ ਛੱਬੇ ਢੱਕਣੇ ਛਕਣੇ ਇਹਨਾਂ ਨੂੰ ਮੈਂ ਫਿਕਸ ਕਰਨਾ ਸੀ, ਕਿਉਂਕਿ ਇਹਨਾਂ ਦੀ ਅੱਗੋਂ ਬੜੀ ਜ਼ਰੂਰਤ ਪੈਣੀ ਜੇ ਹੈ। ਖਾਣਾ ਇੰਨਾ ਬਣ ਜਾਣਾ ਵੇ, ਅਤੇ ਫਿਰ ਜਦੋਂ ਖਾਧਾ ਜਾਣਾ ਨਹੀਂ ਫਿਰ ਅਸੀਂ ਫਰਿੱਜਾਂ ਵਿੱਚ ਵਾਪਸ ਰੱਖਣ ਲਈ ਨਾ ਸਾਨੂੰ ਇਹ ਬੋਕਸਿਸ ਬਹੁਤ ਜ਼ਰੂਰੀ ਚਾਹੀਦੇ। ਅਤੇ ਇਹਨਾਂ ਦੀ ਮੈਂ ਤਰਤੀਬ ਸਹੀ ਕਰਨ ਲੱਗੀ ਸੀ ਕਿ ਕਿਹਨਾਂ ਦੇ ਢੱਕਣ ਹੈ ਨੇ ਅਤੇ ਕਿਹਨਾਂ ਦੇ ਨਹੀਂ ਹੈ। ਜਿਨ੍ਹਾਂ ਦੇ ਨਹੀਂ ਹੈ ਮੈਂ ਸਾਈਡ 'ਤੇ ਕਰਾਂ, ਅਤੇ ਜਿਨ੍ਹਾਂ ਦੇ ਹੈ ਨੇ ਉਹਨਾਂ ਨੂੰ ਮੈਂ ਔਰਗਨਾਈਜ਼ ਕਰਕੇ ਰੱਖਾਂ, ਤਾਂ ਕਿ ਮੈਨੂੰ ਨਾ ਥੋੜ੍ਹਾ ਮੁਸ਼ਕਿਲ ਨਾ ਹੋਵੇ। ਅਤੇ ਇਹ ਅੱਜ ਬੜਾ ਜ਼ਰੂਰੀ ਕੰਮ ਸੀ, ਅਤੇ ਮੈਂ ਅੱਜ ਨਾ ਬੜੀ ਕਰਕੇ ਨਾ ਮੈਂ ਕਿਹਾ ਮੇਰੇ ਮੀਆਂ ਵੀ ਕੋਈ ਨਹੀਂ ਘਰ, ਚੱਲ ਮੈਂ ਨਾ ਅੱਜ ਇਹ ਵਾਲਾ ਮੈਂ ਬੜੀ ਦੇਰ ਦਾ IKEA 'ਚ ਲਿਆਈ ਸਾਂ ਢੱਕਣ ਵਗੈਰਾ ਜਾਂ ਡੱਬੇ ਵਗੈਰਾ ਔਰਗਨਾਈਜ਼ ਕਰਨ ਲਈ, ਲੇਕਿਨ ਉਹ ਮੈਂ ਜੈਨ ਜੀ ਖੋਲ੍ਹਿਆ ਉਹ ਇੰਨੇ ਵਿੱਚੋਂ ਪੀਸ ਨਿਕਲ ਆਏ, ਮੈਨੂੰ ਕੁਛ ਜੋੜਨਾ ਨਹੀਂ ਆਉਂਦਾ। ਮੈਂ ਇਸ ਕੰਮ 'ਤੇ ਬਹੁਤ ਮਾਠੀ ਹਾਂ, ਸਾਰੇ ਕੰਮ ਮੇਰੇ ਬੱਚੇ ਜਾਂ ਮੇਰੇ ਮੀਆਂ ਕਰਦੇ ਨੇ ਹੈ। ਅਤੇ ਮੈਂ ਇਹ ਖਲਾਰਾ ਪਾ ਕੇ ਬਹਿ ਗਈ, ਲੈ ਉੱਧਰ ਜੋਗੀ ਰਹੀ ਅਤੇ ਨਾ ਉੱਧਰ ਜੋਗੀ ਰਹੀ। ਹੁਣ ਘਰ ਕੋਈ ਵੀ ਨਹੀਂ, ਬਥੇਰਾ ਕਾਗਜ਼ ਫੋਲਿਆ, ਇੱਧਰ ਪੇਪਰ ਮਾਰ ਇੱਧਰ ਮਾਰ ਕੇ ਮੈਨੂੰ ਕੁਛ ਸਮਝ ਆ ਜਾਏ ਕਿੱਥੇ ਕੀ ਲਾਉਣਾ, ਪਰ ਨਹੀਂ ਉੱਤੋਂ ਦੀ ਨੰਗੀ ਜਾਂਦੇ ਆ। ਫਿਰ ਮੈਂ ਕਿਹਾ ਚਲੋ ਚੁੱਕੋ ਟੋਕਰੀ 'ਚ ਵਾਪਸ ਰੱਖੋ, ਹੁਣ ਇਹ ਆਉਣਗੇ ਨਾ ਫਿਰ ਇਹਨਾਂ ਕੁ ਜੜਾਵਾਂਗੇ, ਅਤੇ ਫਿਰ ਮੈਂ ਡੱਬੇ ਲਾਈਨ 'ਤੇ ਲਾਵਾਂਗੇ। ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਮੈਂ ਕਿ ਕਾਮਯਾਬ ਹੁਣ ਉਹੀ ਆ ਕੇ ਹੋਣਗੇ। ਮੈਂ ਤਾਂ ਫੇਲ ਹੋ ਗਈ, ਮੈਂ ਤਾਂ ਵਾਪਸ ਰੱਖਤਾ। मैं बाबा मेरे को काम नहीं होंगे। ये पार्सल आज खोलते कितने दिनों का आया पड़ा था टिकटॉक की तरफ से, तो मैंने कहा उन्होंने कहना इनू घलिया वे तो परवाह ही नहीं करती। अज मैं किसी को खोल के तो वहा छड़िए भी चुकी है, मैंने बड़ा अच्छा लगे से। मैं कल भी तुहानू शेयर की थी ना गल, कल नहीं परसों, तो इनू खोलने आ। अच्छा जी, टिकटॉक से लिया था मैंने मैट, तो अब ना इसको मैंने खोला 2 दिन हो गए पिया वे। मैं कहा हूँ ना हौली हौली इनू भी ज़रा स्टार्ट करी, बड़ा अच्छा निकलिया है, इन्ना अच्छा। मैंने कहा अगर तेरे घर मेहमान वगैरह आते हैं या जिंज रमज़ान दे असी पता खाना बना लईदा वे, तो अफ्तारी तो 10 मिनट पहले यही होंगे कि टेबल ते खाना चला जाए, फिर यह भी डर होंगे कि ठंडा ना हो जाए। तो मैंने इन्ना अच्छा लग्या ना, इन्हू खोलिया वे, एक लीड निकली है, तो इनू बस तुसीं लाना वे, तो चार्जर कहती डायरैक्ट तार लगनी है ना। तो मैनू बड़ा अच्छा लग्या, कोई इहदा है भी नहीं एडा इशू, आराम नाल तार लगाओ तो तुसीं ना इनू कर लो। तो मैं इनू लाया वे डाइनिंग टेबल ते रखिया वे, ते रख के ते मैनू चलाया, हाई कर लो लो कर लो, इहदी ना टैंपरेचर अपनी मर्जी नाल तुसीं सैट कर सकदे हो। तो मैं थोड़ी देर बाद वेखिया, हत्थ लाया, यकीन करो मैट इन्ना गर्म, उत्ते मैं पतीलियां की कहंदे पतीलियां कहंदी भी रख के वेखे, मैं क्या भला वेनी किन्नी देर तक गर्म हो गए। तो बड़ा अच्छा वे रमज़ान दे या मेहमानां दे आन तो पहले ये सैट हो जाए टेबल, तो बड़ा मज़ा आंदा वे कि तुहानू बार बार किचन चीज़ां गर्म नहीं करनियां पैंदियां। तो चलो जी, इत्थे मैनू दो इजाज़त, अल्लाह हाफिज़।